ਆਪ ਸਭ ਦਾ ਸਵਾਗਤ ਹੈ ਜੀ ਜੈਮ ਸਟੱਡੀ ਚੈਨਲ 'ਤੇ। ਅੱਜ ਆਪਾਂ ਸਵਿਕਸ ਦਾ ਟੌਪਿਕ ਕਰਨ ਜਾ ਰਹੇ ਹਾਂ ਗੁੱਟ ਨਿਰਲੇਪਤਾ, ਜੋ ਕਿ ਬਹੁਤ ਹੀ ਮਹੱਤਵਪੂਰਨ ਰਹੇਗਾ ਮਾਸਟਰ ਕੇਡਰ PS ਟੈਟ ਅਤੇ ਸੀ ਟੈਟ ਦੇ ਵਿਦਿਆਰਥੀਆਂ ਦੇ ਲਈ। ਅਤੇ ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਵਾਲੀ ਵੀਡੀਓਜ਼ ਨਹੀਂ ਦੇਖੀਆਂ ਤਾਂ ਉਹ ਪਲੀਜ਼ ਪਲੇਲਿਸਟ ਜਿਹੜੀ ਚੈੱਕ ਕਰ ਸਕਦੇ ਨੇ, ਜਿਸ ਦਾ ਲਿੰਕ ਹੈ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ। ਸੋ ਅੱਜ ਦੀ ਆਪਾਂ ਕਲਾਸ ਹੈ ਜੋ ਸਟਾਰਟ ਕਰਨ ਜਾ ਰਹੇ ਹਾਂ। ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਕਿ ਜੋ ਗੁੱਟ ਨਿਰਲੇਪਤਾ ਅੰਦੋਲਨ ਹੈ ਉਸਨੂੰ ਇੰਗਲਿਸ਼ ਵਿੱਚ ਕਿਹਾ ਜਾਂਦਾ ਨੌਨ ਅਲਾਈਨਮੈਂਟ ਮੂਵਮੈਂਟ। ਇਸ ਤੋਂ ਇਲਾਵਾ ਇਸ ਦੀ ਸ਼ਾਰਟ ਫਾਰਮ ਵੀ ਜਿਹੜੀ ਕਈ ਥਾਵਾਂ 'ਤੇ ਆਪਾਂ ਨੂੰ ਮਿਲ ਜਾਂਦੀ ਹੈ, ਸੋ ਕਨਫਿਊਜ਼ ਨਾ ਹੋਣਾ, ਕਿਉਂਕਿ NAM ਨੈਮ ਵੀ ਇਸ ਨੂੰ ਬੋਲ ਦਿੱਤਾ ਜਾਂਦਾ। ਮੋਸਟਲੀ ਆਪਾਂ ਨੂੰ ਨੈਮ ਲਈ ਲਿਖਿਆ ਮਿਲ ਸਕਦਾ ਹੈ। ਦੂਜਾ, ਜਦੋਂ ਵਿਸ਼ਵ ਯੁੱਧ ਹੋਇਆ, ਆਪਾਂ ਇਸ ਦੀ ਸ਼ੁਰੂਆਤ ਦੀ ਗੱਲ ਕਰਦੇ ਹਾਂ। ਜਦੋਂ ਦੂਜਾ ਵਿਸ਼ਵ ਯੁੱਧ ਹੋਇਆ 1939 ਤੋਂ ਲੈ ਕੇ 1945 ਤੱਕ, ਇਸ ਦੇ ਵਿੱਚ ਸੋਵੀਅਤ ਸੰਘ ਅਤੇ ਸੰਯੁਕਤ ਰਾਜ ਅਮਰੀਕਾ ਦੇ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਜਿਹੜਾ ਆਪਾਂ ਕਹਿ ਦਈਏ ਵਰਲਡ ਸੀਗਾ, ਦੁਨੀਆ ਸੀ ਸਾਡੀ, ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ। ਸੋ ਕਈ ਵਾਰ ਉੱਥੇ ਕੁਐਸਚਨ ਇਹ ਵੀ ਆ ਜਾਂਦਾ ਕਿ ਦੂਜਾ ਵਿਸ਼ਵ ਯੁੱਧ ਕਦੋਂ ਤੋਂ ਕਦੋਂ ਤੱਕ ਹੋਇਆ? 1939 ਤੋਂ 1945 ਤੱਕ ਹੋਇਆ ਜੀ। ਇਸ ਤੋਂ ਬਾਅਦ ਜਿਹੜਾ ਦੇਸ਼ ਹੈ ਉਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ, ਅਮਰੀਕਾ ਅਤੇ ਸੋਵੀਅਤ ਸੰਘ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਪਹਿਲਾਂ ਵੈਸਟਰਨ ਯੂਰਪ ਅਤੇ ਈਸਟਰਨ ਯੂਰਪ ਦੀ ਗੱਲ ਕਰ ਲਈਏ, ਭਾਵ ਕਿ ਦੋ ਭਾਗ ਸੀਗੇ, ਵੈਸਟਰਨ ਯੂਰਪ ਅਤੇ ਈਸਟਰਨ ਯੂਰਪ। ਵੈਸਟਰਨ ਯੂਰਪ ਦੇ ਵਿੱਚ ਆ ਜਾਂਦਾ ਜੀ ਅਮਰੀਕਾ, ਠੀਕ ਹੈ ਜੀ। ਈਸਟਰਨ ਯੂਰਪ ਵਿੱਚ ਆ ਜਾਂਦਾ ਸੋਵੀਅਤ ਸੰਘ, ਰੂਸ। ਇਹ ਜਦੋਂ ਦੂਜਾ ਵਿਸ਼ਵ ਯੁੱਧ ਹੁੰਦਾ ਤਾਂ ਉਸ ਤੋਂ ਬਾਅਦ ਆ ਜਦੋਂ ਦੋ ਮਹਾਸ਼ਕਤੀਆਂ ਉੱਭਰ ਕੇ ਸਾਹਮਣੇ ਆਉਂਦੀਆਂ, ਤਾਂ ਅਮਰੀਕਾ ਸੀ ਜੋ ਉਹ ਉਦਾਰਵਾਦੀ ਲੋਕਤੰਤਰ ਦਾ ਪੱਖ ਕਰਦਾ ਸੀ ਅਤੇ ਜਿਸ ਦਾ ਉਹ ਦੁਨੀਆ ਦੇ ਵਿੱਚ ਵਿਸਥਾਰ ਕਰਨਾ ਚਾਹੁੰਦਾ ਸੀ। ਪਰ ਜਿਹੜਾ ਸੋਵੀਅਤ ਸੰਘ ਹੈ ਉਹ ਪੂੰਜੀਵਾਦ ਦੇ ਹੱਕ ਵਿੱਚ ਸੀ ਅਤੇ ਸਮਾਜਵਾਦ, ਜਾਂ ਆਪਾਂ ਕਹਿ ਲਈਏ ਪੂੰਜੀਵਾਦ ਦਾ ਪੂਰੀ ਦੁਨੀਆ ਦੇ ਵਿੱਚ ਵਿਸਥਾਰ ਕਰਨ ਦੇ ਹੱਕ ਵਿੱਚ ਸੀਗਾ। ਫਿਰ ਹੌਲੀ ਹੌਲੀ ਇਹਨਾਂ ਦੇ ਵਿੱਚ ਜਦੋਂ ਯੁੱਧ ਖਤਮ ਹੋ ਗਿਆ ਤਾਂ ਸ਼ੀਤ ਯੁੱਧ ਆ, ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਕੋਲਡ ਵਾਰ ਆ, ਜਿਹੜੀ ਚੱਲਦੀ ਰਹੀ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਜੋ ਕਿ ਚੱਲੀ 1945 ਤੋਂ ਲੈ ਕੇ 1991 ਦੇ ਤੱਕ। ਫਿਰ ਉਸ ਤੋਂ ਬਾਅਦ ਜਿਹੜੀ ਕੋਲਡ ਵਾਰ ਆ ਉਹ ਵੀ ਖਤਮ ਹੋ ਜਾਂਦੀ ਹੈ। ਕਾਹਦੇ ਕਾਰਨ? ਗੁੱਟ ਨਿਰਲੇਪ ਜਿਹੜੇ ਦੇਸ਼ ਆ ਉਹਨਾਂ ਦੇ ਕਾਰਨ। ਜਿਹੜੇ ਵਿਕਾਸਸ਼ੀਲ ਦੇਸ਼ ਸੀ ਉਹਨਾਂ ਨੇ, ਜੋ ਨਹੀਂ ਚਾਹੁੰਦੇ ਸੀ ਕਿ ਅਸੀਂ ਕਿਸੇ ਦੇ ਅੰਡਰ ਰਹਿ ਕੇ ਕੰਮ ਕਰੀਏ, ਤਾਂ ਉਹਨਾਂ ਨੇ ਆਪਣੇ ਆਪਾਂ ਕਹਿ ਦਈਏ ਗੁੱਟ ਨਿਰਲੇਪ ਰਹਿਣ ਦੀ ਨੀਤੀ ਅਪਣਾਈ, ਕਿਸੇ ਵੀ ਗੁੱਟ ਵਿੱਚ ਸ਼ਾਮਲ ਨਾ ਹੋਣ ਦੀ ਨੀਤੀ ਅਪਣਾਈ, ਅਤੇ ਉਹਨਾਂ ਹੀ ਦੇਸ਼ਾਂ ਨੂੰ ਤੀਜਾ ਵਿਸ਼ਵ ਕਿਹਾ ਜਾਂਦਾ ਜਾਂ ਥਰਡ ਵਰਲਡ ਕਿਹਾ ਜਾਂਦਾ ਹੈ। ਅਤੇ ਹੁਣ ਆਪਾਂ ਗੱਲ ਕਰੀਏ ਜੇਕਰ ਗੁੱਟ ਨਿਰਲੇਪਤਾ ਦੀ, ਤਾਂ ਆਪਾਂ ਨੂੰ ਪਤਾ ਚੱਲ ਗਿਆ ਗੁੱਟ ਨਿਰਲੇਪਤਾ ਕਿਉਂ ਆਈ ਸੀ। ਕਿਉਂਕਿ ਦੋ ਮਹਾਸ਼ਕਤੀਆਂ ਸੀ, ਉਹਨਾਂ ਦੇ ਵਿੱਚ ਕੁਝ ਜਿਹੜੇ ਵਿਕਾਸਸ਼ੀਲ ਦੇਸ਼ ਸੀਗੇ ਉਹ ਸ਼ਾਮਲ ਹੋ ਗਏ, ਕੁਝ ਅਮਰੀਕਾ ਦੇ ਵਿੱਚ, ਕੁਝ ਸੋਵੀਅਤ ਸੰਘ ਦੇ ਵਿੱਚ। ਪਰ ਕੁਝ ਅਜਿਹੇ ਦੇਸ਼ ਸੀਗੇ ਜਿਨ੍ਹਾਂ ਨੇ ਦੋਨਾਂ ਦੇ ਵਿੱਚ ਨਾ ਸ਼ਾਮਲ ਹੋਣਾ ਸਹੀ ਸਮਝਿਆ, ਤਾਂ ਉਹ ਜਿਹੜੇ ਦੇਸ਼ ਸੀਗੇ ਉਹ ਗੁੱਟ ਨਿਰਲੇਪ ਦੇਸ਼ ਅਖਵਾਏ, ਅਤੇ ਜਿਸ ਨੂੰ ਆਪਾਂ ਨੌਨ ਅਲਾਈਨਮੈਂਟ ਮੂਵਮੈਂਟ ਦੇ ਨਾਮ ਨਾਲ ਜਾਣਦੇ ਹਾਂ। ਹਾਂਜੀ, ਇਸ 'ਤੇ ਜੇਕਰ ਆਪਾਂ ਜਨਮ ਦੀ ਗੱਲ ਕਰੀਏ ਤਾਂ ਜਿਹੜੇ ਨੈਮ ਆ ਉਹਦੇ ਵਿੱਚ ਏਸ਼ੀਆਈ ਅਤੇ ਅਫਰੀਕੀ ਦੇਸ਼ ਆ ਜਿਹੜੇ ਉਹਨੂੰ ਸ਼ਾਮਲ ਸੀ, ਅਤੇ ਉਹਨਾਂ ਨੇ ਹੀ ਇਸ ਨੂੰ ਜਨਮ ਦਿੱਤਾ, ਕਿਉਂਕਿ ਇਹ ਸਾਰੇ ਹੀ ਵਿਕਾਸਸ਼ੀਲ ਦੇਸ਼ ਸੀਗੇ। ਆਪਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਵਿਕਾਸਸ਼ੀਲ ਦੇਸ਼ ਹੀ ਆ ਜਿਹੜੇ ਉਹ ਗੁੱਟ ਨਿਰਲੇਪਤਾ ਦੇ ਅੰਦੋਲਨ ਦੇ ਵਿੱਚ ਸ਼ਾਮਲ ਸੀ। ਹੁਣ ਆਪਾਂ ਇਹਨਾਂ ਦੇ ਨੈਮ ਦੇ ਸੰਸਥਾਪਕ ਦੀ ਗੱਲ ਕਰਦੇ ਹਾਂ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ, ਯੂਗੋਸਲਾਵੀਆ ਦੇ ਰਾਸ਼ਟਰਪਤੀ ਜੋਸਫ ਬਰੋਜ਼ ਟੀਟੋ, ਥਰਡ ਜੀ ਇਜਿਪਟ ਦੇ ਦੂਜੇ ਰਾਸ਼ਟਰਪਤੀ ਕਮਾਲ ਅਬਦਾਲ ਨਾਸਿਰ, ਚੌਥੇ ਗਾਨਾ ਦੇ ਰਾਸ਼ਟਰਪਤੀ ਕਵਾਮੀ ਨਕੁਰਮੁਖ, ਇੰਡੋਨੇਸ਼ੀਆ ਦੇ ਪਹਿਲੇ ਰਾਸ਼ਟਰਪਤੀ ਸੁਕਰਨੋ। ਇਹ ਸਾਰੇ ਸੀਗੇ ਜੀ ਜਿਹੜੇ ਨੈਮ ਦੇ, ਭਾਵ ਕਿ ਗੁੱਟ ਨਿਰਲੇਪਤਾ ਦੇ ਸੰਸਥਾਪਕ, ਮੋਢੀ ਸੀਗੇ ਇਹ 5 ਜਣੇ। ਅਤੇ ਇਹ ਆਪਾਂ ਨੂੰ ਗੱਲ ਇੱਥੇ ਹੋਰ ਵੀ ਧਿਆਨ ਨਾਲ ਦੇਖਣੀ ਚਾਹੀਦੀ ਹੈ, ਜਿਵੇਂ ਪਹਿਲੇ ਆ ਸਾਰੇ ਹੀ ਪਹਿਲੇ ਦੂਜੇ ਹੀ ਆ, ਕਿਉਂ ਨੇ? ਕਿਉਂਕਿ ਇਹ ਸਾਰੇ ਉਹਨਾਂ ਦੇਸ਼ਾਂ ਦੇ ਰਾਸ਼ਟਰਪਤੀ ਸੀ ਜਾਂ ਪ੍ਰਧਾਨ ਮੰਤਰੀ ਸੀ ਜੋ ਵਿਕਾਸਸ਼ੀਲ ਸੀ ਅਤੇ ਕਿਸੇ ਨਾ ਕਿਸੇ ਤਰ੍ਹਾਂ
ਯੂਰਪੀਅਨ ਕੰਟਰੀਆਂ ਦੇ ਅੰਡਰ ਸੀਗੇ, ਬਸਤੀਵਾਦ ਦੇ ਅਧੀਨ ਸੀਗੇ। ਸੋ ਇਹਨਾਂ ਨੇ ਆਪਣੇ ਦੇਸ਼ਾਂ ਨੂੰ ਬਸਤੀਵਾਦ ਤੋਂ ਦੂਰ ਕਰਨ ਦੇ ਲਈ, ਮੁਕਤ ਕਰਨ ਦੇ ਲਈ ਗੁੱਟ ਨਿਰਲਿਪਤਾ ਦੀ ਨੀਤੀ ਅਪਣਾਈ ਸੀ। ਜੇਕਰ ਆਪਾਂ ਗੁੱਟ ਨਿਰਲੇਪ ਅੰਦੋਲਨ ਦੇ ਸੈਕਟਰੀ ਜਨਰਲ ਦੀ ਗੱਲ ਕਰੀਏ ਤਾਂ ਪਹਿਲੇ ਸੀ ਜੀ ਜੋਸੀਫ ਬਰੋਜ਼ ਟੀਟੋ, ਜੋ ਕਿ ਯੂਗੋਸਲਾਵੀਆ ਤੋਂ ਸੀ, 1961 ਤੋਂ 1964 ਤੱਕ ਰਹੇ। ਅਤੇ ਵਰਤਮਾਨ ਸਮੇਂ ਨੇ ਇਲਹਾਮ ਅਲੀਏਵ, ਜੋ ਕਿ ਅਜ਼ਰਬਾਈਜਾਨ ਤੋਂ ਨੇ। 2019 ਤੋਂ ਲੈ ਕੇ 2020 ਤੱਕ 22 ਤੱਕ ਰਹਿਣਗੇ। ਹੁਣ ਤੱਕ ਕੁੱਲ 125 ਦੇਸ਼ ਆ ਜਿਹੜੇ ਇਹਦੇ ਮੈਂਬਰ ਬਣ ਚੁੱਕੇ ਆ। ਇਹ ਜਿਹੜੀ 125 ਮੈਂਬਰਾਂ ਦੀ ਗੱਲ ਕੀਤੀ ਗਈ ਆ ਉਹ 2018 ਦੇ ਵਿੱਚ ਕੀਤੀ ਗਈ ਹੈ ਜੀ। ਇਸ ਤੋਂ ਇਲਾਵਾ ਹੁਣ ਤੱਕ ਜਿਹੜੇ ਪਰਵੇਖਿਕ ਦੇਸ਼ ਆ, ਜਿਹੜੇ ਮੈਂਬਰ ਦੇਸ਼, ਜਿਹੜੇ ਕਿ ਅਬਜ਼ਰਵਰ ਕੰਟਰੀਜ਼ ਆ, ਉਹ ਰਹਿ ਚੁੱਕੀਆਂ ਨੇ 25 ਜੀ। ਅਤੇ ਵਰਤਮਾਨ ਸਮੇਂ ਜੇਕਰ ਨੈਮ ਦਾ ਆਪਾਂ ਚੇਅਰਪਰਸਨ ਦੀ ਗੱਲ ਕਰੀਏ ਤਾਂ ਉਹ ਹੈ ਜੀ ਨਿਕੋਲਸ ਮੁੰਡਰੋ। ਹੁਣ ਤੱਕ ਜਿਹੜੇ ਇਸ 'ਤੇ ਕੁੱਲ ਸੰਮੇਲਨ 18 ਹੋ ਚੁੱਕੇ ਨੇ। ਨੀਲਮ ਸੰਜੀਬਾ ਰੈਡੀ ਗੁੱਟ ਨਿਰਲੇਪ ਅੰਦੋਲਨ ਦੇ ਚੇਅਰਪਰਸਨ ਬਣੇ ਸੀ 1983 ਦੇ ਵਿੱਚ, ਜੋ ਕਿ ਭਾਰਤ ਦੇ ਸੀ। ਵਰਤਮਾਨ ਸਮੇਂ ਜੇਕਰ ਆਪਾਂ ਪਰਵੇਖਿਕ ਮੈਂਬਰ ਦੇਸ਼ ਦੀ, ਅਬਜ਼ਰਵਰ ਕੰਟਰੀ ਦੀ ਗੱਲ ਕਰੀਏ ਤਾਂ ਉਹ ਹੈ ਜੀ ਅਲਬਾਨੀਆ ਪ੍ਰੈਜ਼ੈਂਟ ਟਾਈਮ ਦੇ ਵਿੱਚ। ਅਤੇ ਇਸ ਦਾ ਪਹਿਲਾ ਸਮਾਗਮ ਹੋਇਆ ਸੀ ਓਫੀਸ਼ੀਅਲ ਤੌਰ 'ਤੇ 1961 ਦੇ ਵਿੱਚ, ਯੂਗੋਸਲਾਵੀਆ ਦੇ ਵਿੱਚ ਦੀ ਜਿਹੜੀ ਰਾਜਧਾਨੀ ਸੀ ਬੇਲਗ੍ਰੇਡ 'ਚ ਹੋਇਆ ਸੀ। ਅਤੇ ਉਸ ਸਮੇਂ 29 ਦੇਸ਼ ਇਸ ਦੇ ਵਿੱਚ ਸ਼ਾਮਲ ਹੋਏ ਸੀ। ਇਸ ਤੋਂ ਇਲਾਵਾ ਇਸ ਦੇ ਜੋ ਮੋਢੀ ਦੇਸ਼ ਸੀ ਉਹਨਾਂ ਨੇ ਵੀ ਇਸ ਦੇ ਵਿੱਚ ਹਿੱਸਾ ਲਿਆ ਸੀ। 2009 ਦੇ ਵਿੱਚ ਸ਼ੇਖ ਅਲ ਸ਼ਰਮ ਸਮਾਗਮ ਹੋਇਆ ਸੀ ਜਿਸ ਦੇ ਵਿੱਚ 118 ਮੈਂਬਰ ਸੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਦੇ 5 ਸਿਧਾਂਤਾਂ ਦੇ ਬਾਰੇ। ਪਹਿਲਾ ਹੈ ਜੀ ਆਜ਼ਾਦ ਵਿਦੇਸ਼ ਨੀਤੀ ਦੀ ਇੱਛਾ 'ਤੇ ਆਧਾਰਿਤ ਹੈ। ਰਾਸ਼ਟਰਵਾਦ ਅਤੇ ਰਾਸ਼ਟਰੀ ਹਿੱਤ ਇਸ ਦੇ ਲਈ ਬਹੁਤ ਮਹੱਤਵਪੂਰਨ ਨੇ। ਆਰਥਿਕ ਵਿਕਾਸ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਸ਼ਾਂਤੀ ਅਤੇ ਸ਼ਾਂਤਮਈ ਸਾਧਨਾ ਪ੍ਰਤੀ ਪ੍ਰੇਮ, ਵਿਸ਼ਵ ਸ਼ਾਂਤੀ 'ਚ ਸਰਗਰਮ ਭੂਮਿਕਾ ਨਿਭਾਉਣ ਦੀ ਗੱਲ ਕਰਦੇ ਜੀ। ਜੇਕਰ ਆਪਾਂ ਇਸ ਦੀਆਂ ਪ੍ਰਾਪਤੀਆਂ ਦੇ ਬਾਰੇ ਗੱਲ ਕਰੀਏ ਤਾਂ ਜੀ ਨਮੀਬੀਆ ਦੀ ਸੁਤੰਤਰਤਾ ਦੇ ਵਿੱਚ ਇਸ ਨੇ ਬਹੁਤ ਯੋਗਦਾਨ ਪਾਇਆ ਸੀ, ਜਿਸ ਤੋਂ ਪਤਾ ਲੱਗਦਾ ਕਿ ਇਹ ਬਸਤੀਵਾਦ ਦਾ ਕੱਟੜ ਵਿਰੋਧੀ ਹੈ। ਅਤੇ ਇਸ ਤੋਂ ਬਾਅਦ ਜਾਣੀ ਕਿ 1961 ਤੋਂ ਬਾਅਦ ਜਿਹੜੀਆਂ ਕੰਟਰੀ ਸੀ ਇਹਨਾਂ ਨੇ ਆਲਮੋਸਟ ਸਾਰੀਆਂ ਹੀ ਬਸਤੀਵਾਦ ਤੋਂ ਮੁਕਤ ਹੋ ਚੁੱਕੀਆਂ ਸੀ। 1994 ਦੇ ਵਿੱਚ ਦੱਖਣੀ ਅਫਰੀਕਾ 'ਚ ਇਹਨਾਂ ਨੇ ਰੰਗ ਭੇਦ ਦੀ ਜਿਹੜੀ ਨੀਤੀ ਸੀਗੀ ਉਹ ਵੀ ਖਤਮ ਕੀਤੀ, ਜਿਸ ਦੇ ਵਿੱਚ ਅਹਿਮ ਯੋਗਦਾਨ ਰਿਹਾ ਜੀ ਨੇਮ ਦਾ। 1994 ਦੇ ਵਿੱਚ ਨੈਮ ਦੇ ਯਤਨਾਂ ਦੇ ਸਦਕਾ ਹੀ ਉੱਥੇ ਗੈਰ ਨਸਲਵਾਦੀ ਸਰਕਾਰ ਬਣੀ ਸੀ, ਜੋ ਰੰਗ ਦੇ ਨਸਲ ਦੇ ਆਧਾਰ 'ਤੇ ਨਹੀਂ ਸੀ। ਅਤੇ ਉਸ ਗੈਰ ਨਸਲਵਾਦੀ ਜਿਹੜੀ ਸਰਕਾਰ ਸੀ ਉਸ ਦਾ ਰਾਸ਼ਟਰਪਤੀ ਸੀ ਨੈਲਸਨ ਮੰਡੇਲਾ। ਜਿਹੜਾ ਦੱਖਣੀ ਅਫਰੀਕਾ ਉਸ ਦੇ ਵਿੱਚ ਸਭ ਤੋਂ ਵੱਧ ਮਤਭੇਦ ਆ ਜਿਹੜਾ ਨਸਲ ਅਤੇ ਰੰਗ ਦੇ ਆਧਾਰ 'ਤੇ ਕੀਤਾ ਜਾਂਦਾ ਜੀ। ਆਪਾਂ ਹੁਣ ਇਸ ਦੀ ਜੇਕਰ ਥੋੜ੍ਹੀ ਜਿਹੀ ਹਿਸਟਰੀ ਗੱਲ ਕਰੀਏ, ਇਸ ਦਾ ਪਹਿਲੀ ਕਾਨਫਰੰਸ, ਕਿਉਂਕਿ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਕਿ ਵੀ ਜਿਹੜਾ ਨੈਮ ਆ ਉਸ ਦਾ ਸੰਮੇਲਨ 1961 ਦੇ ਵਿੱਚ ਹੋਇਆ, ਪਰ ਜਿੱਥੋਂ ਇਸ ਦਾ ਸੰਗਠਨ ਕਰਦੀ ਜਿਹੜੀ ਆਪਾਂ ਕਹੀਏ ਮੰਗ ਸ਼ੁਰੂ ਹੋਈ ਸੀ ਜਿੱਥੋਂ, ਤਾਂ ਉਹ ਵਿਕਾਸਸ਼ੀਲ ਦੇਸ਼ਾਂ ਨੇ ਕੀਤੀ ਸੀਗੀ ਸਭ ਤੋਂ ਪਹਿਲਾਂ। ਅਤੇ ਇਹਦੀ ਜਿਹੜੀ ਪਹਿਲੀ ਕਾਨਫਰੰਸ ਹੈ ਤਾਂ ਉਹ ਕਾਨਫਰੰਸ ਹੋਈ ਸੀ ਜੀ 1955 ਦੇ ਵਿੱਚ ਬੇਨਡੈਗ ਇੰਡੋਨੇਸ਼ੀਆ ਦੇ ਵਿੱਚ। ਉਦੋਂ ਨੇਮ ਹਜੇ ਆਪਾਂ ਕਹੀਏ ਉਹਦੇ ਵਿੱਚ ਅਸਲ ਰੂਪ ਵਿੱਚ ਨਹੀਂ ਆਇਆ ਸੀ, ਪਰ ਉਦੋਂ ਪਹਿਲਾਂ ਜਿਹੜੀ ਕਾਨਫਰੰਸ ਹੁੰਦੀ ਹੈ ਉਹ ਹੋਈ ਸੀ ਜੀ 1955 ਦੇ ਵਿੱਚ ਵੇਨਡਿਗ ਇੰਡੋਨੇਸ਼ੀਆ ਦੇ ਵਿੱਚ ਹੈ ਜੀ। ਅਫਰੀਕਨ ਅਤੇ ਏਸ਼ੀਅਨ ਜਿਹੜੇ ਦੇਸ਼ ਸੀ ਇਸ ਦੇ ਵਿੱਚ ਸ਼ਾਮਲ ਹੋਏ ਸੀ। ਜੇਕਰ ਹੁਣ ਆਪਾਂ ਪਹਿਲੀ ਅਧਿਕਾਰਤ ਤੌਰ 'ਤੇ ਮੀਟਿੰਗ ਦੀ ਗੱਲ ਕਰੀਏ, ਭਾਵ ਕਿ ਅਫੀਸ਼ੀਅਲ ਤੌਰ 'ਤੇ ਗੱਲ ਕਰੀਏ, ਤਾਂ ਨੈਮ ਦੀ ਜਿਹੜੀ ਮੀਟਿੰਗ ਹੈ ਉਹ ਪਹਿਲੀ ਕਾਨਫਰੰਸ ਕਹਿ ਲਈਏ, ਮੀਟਿੰਗ ਕਹਿ ਲਈਏ, 1961 ਦੇ ਵਿੱਚ ਹੋਈ। ਬੇਲਗ੍ਰੇਡ ਜੋ ਕਿ ਸਰਬੀਆ 'ਚ ਹੈ, ਯੂਗੋਸਲਾਵੀਆ ਦੇਸ਼ ਦੇ ਵਿੱਚ ਹੈ। ਇਸ ਦੇ ਵਿੱਚ 29 ਦੇਸ਼ ਜਿਹੜੇ ਸ਼ਾਮਲ ਹੋਏ, ਹਿੱਸਾ ਲਿਆ ਉਹਨਾਂ ਨੇ। ਅਤੇ ਇਹਨਾਂ ਦੇ ਮੋਢੀ ਦੇਸ਼ ਸੀਗੇ ਜਿਹੜੇ ਉਹਨਾਂ ਨੇ ਵੀ ਇਸ ਦੇ ਵਿੱਚ ਭਾਗ ਲਿਆ, ਜੋ ਕਿ ਸਨ ਯੂਗੋਸਲਾਵੀਆ, ਭਾਰਤ, ਇਜ਼ਿਪਟ, ਘਾਨਾ ਅਤੇ ਇੰਡੋਨੇਸ਼ੀਆ। ਜੇਕਰ ਆਪਾਂ ਗੱਲ ਕਰੀਏ ਭਾਰਤ ਦੇਸ਼ ਦੀ, ਨੈਮ ਦੇ ਵਿੱਚ ਇਹਨਾਂ ਨੇ ਕੀ ਰੋਲ ਅਦਾ ਕੀਤਾ,
ਤਾਂ ਭਾਰਤ ਦੇਸ਼ ਵੱਲੋਂ ਨੈਮ ਦੇ ਸੈਕਟਰੀ ਜਨਰਲ ਕਿਹੜੇ ਰਹੇ ਨੇ? ਨੈਮ ਦੇ 8ਵੇਂ ਜਿਹੜੇ ਸੈਕਟਰੀ ਜਨਰਲ ਸੀ ਉਹ ਭਾਰਤ ਦੇ ਸੀ, ਜੋ ਸਨ ਨੀਲਮ ਸੰਜੀਵਾ ਰੈਡੀ, ਜੋ ਕਿ ਜਨਤਾ ਪਾਰਟੀ ਦੇ ਸਨ 1983 ਦੇ ਵਿੱਚ ਬਣੇ। ਅਤੇ 9ਵੇਂ ਗਿਆਨੀ ਜੈਲ ਸਿੰਘ, ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ, 1983 ਦੇ ਵਿੱਚ ਤੋਂ ਲੈ ਕੇ 1986 ਤੱਕ ਰਹੇ। ਇਸ ਤੋਂ ਇਲਾਵਾ UN ਦੇ ਜਿਹੜੇ 2/3 ਮੈਂਬਰ ਹੈ ਸਾਡੇ UNO ਆ, ਜੋ ਉਸਦੇ 2/3 ਜਿਹੜੇ ਦੇਸ਼ ਆ ਉਹ ਨੈਮ ਦੇ ਮੈਂਬਰ ਵੀ ਆ। ਅਤੇ ਨੈਮ 'ਚ ਵਿਸ਼ਵ ਦੀ ਜਿਹੜੀ ਕੁੱਲ ਜਨਸੰਖਿਆ, ਵਿਸ਼ਵ ਦੇ ਜਿੰਨੇ ਵੀ ਦੇਸ਼ ਆ ਉਹਨਾਂ ਦੀ ਜਿਹੜੀ ਕੁੱਲ ਜਨਸੰਖਿਆ ਦਾ 25% ਜਿਹੜੀ ਆਬਾਦੀ ਹੈ ਉਹ ਨੈਮ ਦੇ ਜਿਹੜੇ ਦੇਸ਼ ਆ ਉਹਨਾਂ ਦੇ ਵਿੱਚ ਰਹਿੰਦੀ ਹੈ, ਭਾਵ ਕਿ ਏਸ਼ੀਅਨ ਅਤੇ ਅਫਰੀਕਨ ਕੰਟਰੀਜ਼ ਦੇ ਵਿੱਚ ਰਹਿੰਦੀ ਹੈ 55% ਵਿਸ਼ਵ ਦੀ ਆਬਾਦੀ। ਸੋ ਇਸ ਦੇ ਨਾਲ ਹੀ ਅੱਜ ਦੀ ਜਿਹੜੀ ਕਲਾਸ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਆਸ਼ਾ ਕਿ ਤੁਹਾਨੂੰ ਜੋ ਵੀ ਡਾਊਟ ਹੋਣਗੇ ਉਹ ਕਲੀਅਰ ਹੋ ਗਏ ਹੋਣਗੇ। ਫਿਰ ਵੀ ਅਗਰ ਕੋਈ ਕੁਐਸਚਨ ਰਹਿ ਜਾਏਗਾ ਤਾਂ ਉਸ ਦਾ ਮੌਕ ਟੈਸਟ ਜ਼ਰੂਰ ਲਿਆ ਜਾਵੇਗਾ। ਪਲੀਜ਼ ਕਲਾਸ ਨੂੰ ਸ਼ੇਅਰ, ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।